ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਸਾਧ ਸੰਗਤ ਜੀਓ, ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਣੀਆਂ ਸੁਰਤੀਆਂ ਨੂੰ ਗੁਰੂ ਚਰਨਾਂ ਦੇ ਵਿੱਚ ਜੋੜ ਕੇ ਇਸ ਸਥਾਨ ਦੇ ਉੱਤੇ ਅੱਜ ਅਸੀਂ 64ਵੀਂ ਪੂਰਨਮਾਸ਼ੀ ਨਾਨਕਸਰ ਠਾਠ 25 ਵਿਖੇ ਮਨਾਉਣ ਜਾ ਰਹੇ ਹਾਂ। ਸਾਧ ਸੰਗਤ ਜੀ, ਪਿਛਲੇ ਕੁਝ ਦਿਨਾਂ ਤੋਂ ਤਕਰੀਬਨ 2 ਮਹੀਨਿਆਂ ਤੋਂ ਜਾਂ ਜ਼ਿਆਦਾ ਸੰਕ੍ਰਮਿਤ ਯਾਨੀ ਕੀਟਾਣੂਆਂ ਛੂਆਛੂਤ ਦੀ ਬਿਮਾਰੀ ਜਿਹੜੀ ਹੈ, ਉਹ ਦੀ ਵਜ੍ਹਾ ਕਰਕੇ ਸਾਰੀ ਦੁਨੀਆ ਦੇ ਵਿੱਚ ਹੀ ਲੋਕਡਾਊਨ ਸ਼ੁਰੂ ਹੈ। ਔਰ ਇਸ ਦੇ ਤਹਿਤ ਸਾਡੇ ਹਿੰਦੁਸਤਾਨ ਦੇ ਵਿੱਚ ਵੀ, ਸਾਡੇ ਰਾਜਸਥਾਨ ਦੇ ਵਿੱਚ ਵੀ, ਸਾਡੇ ਨਗਰ ਦੇ ਵਿੱਚ ਵੀ। ਤੋ ਇਸ ਕਰਕੇ 25 ਵਿਖੇ ਵੀ ਲੋਕਡਾਊਨ ਹੋਣ ਦੀ ਵਜ੍ਹਾ ਕਰਕੇ ਪੂਰਨਮਾਸ਼ੀ ਨਹੀਂ ਮਨਾਈ ਜਾ ਰਹੀ। ਪਰ ਦਾਸ ਨੇ ਇੱਕ ਉਪਰਾਲਾ ਕੀਤਾ ਹੈ ਕਿ ਇਹ ਪੂਰਨਮਾਸ਼ੀ ਜਿਹੜੀ ਹੈ ਆਪ ਜੀ ਨੂੰ YouTube ਦੇ ਉੱਤੇ ਪਹੁੰਚਾ ਕੇ ਉਸ ਦਾ ਜੋ ਮਹੱਤਵ ਹੈ ਉਹ ਮਨਾਇਆ ਜਾਵੇ ਔਰ ਮਹਾਂਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਰੱਖਿਆ ਜਾਵੇ। ਸੋ ਸਾਧ ਸੰਗਤ ਜੀ, ਪਿਛਲੇ ਕੁਝ ਸਮੇਂ ਤੋਂ ਮਹਾਂਪੁਰਸ਼ ਸਾਨੂੰ ਵਿਛੋੜਾ ਦੇ ਗਏ ਹੈ। ਤਕਰੀਬਨ 4-5 ਮਹੀਨੇ ਯਾਨੀ 31 ਦਸੰਬਰ ਤੋਂ ਬਾਅਦ ਅਸੀਂ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੇ। ਉਹ ਸਾਧ ਸੰਗਤ ਜੀ, ਪਰ ਮਹਾਂਪੁਰਸ਼ਾਂ ਦੀ ਯਾਦ ਜਿਹੜੀ ਹੈ ਉਹ ਅੱਜ ਵੀ ਸਾਡੇ ਸੰਗਤਾਂ ਦੇ ਹਿਰਦੇ ਦੇ ਵਿੱਚ ਬਿਰਾਜਮਾਨ ਹੈ। ਔਰ ਆਓ ਉਹਨਾਂ ਦੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਹੀ ਯਾਦ ਕਰਦੇ ਹੋਏ ਅਸੀਂ ਅੱਜ ਦੀ ਪੂਰਨਮਾਸ਼ੀ ਜਿਹੜੀ ਹੈ ਉਹ YouTube ਦੇ ਉੱਤੇ ਆਪ ਜੀ ਨੂੰ ਸਰਵਣ ਕਰਵਾਉਣ ਲੱਗੇ ਹਾਂ। ਉਹ ਸਾਧ ਸੰਗਤ ਜੀ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਨਰੂ ਮਰੈ, ਕਬੀਰ ਸਾਹਿਬ ਦੀ ਬਾਣੀ ਹੈ। ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ, ਮੈਂ ਕਿਆ ਜਾਨੂ ਬਾਬਾ ਰੇ। हाड जले जैसे लकड़ी का तूला, केस जले जैसे घास का पूला। को कबीर तब ही नर जागे, जम का दंड मूंड में लागे। कहो कबीर तब ही नर जागे, जम का दंड मूंड में
ਲਾਗੈ। ਉਹ ਸਾਧ ਸੰਗਤ ਜੀ, ਇਸ ਸ਼ਬਦ ਦੇ ਵਿੱਚ ਇੱਕ ਵਿਚਾਰ ਆਇਆ ਹੈ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ। ਕਬੀਰ ਸਾਹਿਬ ਕਹਿੰਦੇ ਆ, ਜੋ ਮੈਂ ਕਰਮ ਕਰ ਰਿਹਾ ਮੈਨੂੰ ਨਹੀਂ ਪਤਾ ਇਸ ਦਾ ਕੀ ਫਲ ਹੋਏਗਾ, ਕੀ ਗਤੀ ਹੋਏਗੀ, ਕੀ ਇਸ ਦਾ ਸਾਨੂੰ ਭੋਗ ਵਿਲਾਸ ਬਣੇਗਾ, ਇਸ ਕਰਮ ਦਾ ਕੀ ਫਲ ਬਣੇਗਾ, ਮੈਂ ਨਹੀਂ ਜਾਣਦਾ। ਇਹ ਪਰਮਪਿਤਾ ਪਰਮਾਤਮਾ, ਇਹ ਸਭ ਤੂੰ ਹੀ ਜਾਣਦਾ। ਔਰ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ, ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਗੁਰਬਾਣੀ ਸਾਨੂੰ ਇਹ ਬਖਸ਼ਿਸ਼ ਕਰਦੀ ਹੈ, ਭਾਈ ਹੈ ਗੁਰਮੁਖ ਪਿਆਰਿਆ, ਇਸ ਸੰਸਾਰ ਦੇ ਵਿੱਚ ਤੂੰ ਜੈਸਾ ਕਰਮ ਕਰਕੇ ਜੈਸਾ ਬੀਜੇਗਾ, ਵੈਸੇ ਕਰਮ ਦਾ ਫਲ ਤੈਨੂੰ ਪ੍ਰਾਪਤ ਹੋ ਜਾਵੇਗਾ। ਇਹ ਤੇਰੇ ਕਰਮ ਦਾ, ਕੀਤੇ ਹੋਏ ਕਰਮ ਦਾ ਫਲ ਹੈ, ਔਰ ਉਹ ਤੈਨੂੰ ਪ੍ਰਾਪਤ ਹੋ ਜਾਏਗਾ। ਯਾਨੀ ਕਰਮ ਜੋ ਅਸੀਂ ਕਰਾਂਗੇ ਉਸੇ ਦਾ ਹੀ ਫਲ ਸਾਨੂੰ ਪ੍ਰਾਪਤ ਹੋਵੇਗਾ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਹੈ, ਪਰ ਗੁਰੂ ਸਾਹਿਬ ਅੱਗੇ ਬਖਸ਼ਿਸ਼ ਇਹ ਵੀ ਕਰਦੇ ਹੈ, ਭਾਈ ਕਰਮ ਜੋ ਅਸੀਂ ਕੀਤਾ ਹੈ ਉਸ ਦਾ ਦੋਸ਼ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ, ਉਹ ਤਾਂ ਸਾਡੇ ਵੱਸ ਸੀ। ਜੋ ਅਸੀਂ ਕਰਮ ਕੀਤਾ ਉਸ ਦਾ ਫਲ ਅਸੀਂ ਪਾ ਲਿਆ। ਗੁਰਬਾਣੀ ਸਾਨੂੰ ਫਿਰ ਬਖਸ਼ਿਸ਼ ਕਰਦੀ ਹੈ, ਦੱਦੈ ਦੋਸ ਨਾ ਦਿਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਹੁਣ ਗੁਰਬਾਣੀ ਸਾਨੂੰ ਬਖਸ਼ਿਸ਼ ਭਰਦੀ ਹੈ, ਭਾਈ ਕਰਮ ਅਸੀਂ ਕੀਤੇ, ਤੇ ਅਸੀਂ ਜੇ ਕਿਸੇ ਨੂੰ ਕਹੀਏ ਨਾ ਕਿ ਇਹ ਫਲਾਨਾ ਕਰਮ ਜਿਹੜਾ ਜੀ ਫਲਾਨੇ ਦੀ ਵਜ੍ਹਾ ਕਰਕੇ ਮੇਰੇ ਤੇ ਕਰਮ ਦੋਸ਼ ਲੱਗ ਗਿਆ, ਮੈਨੂੰ ਕਸ਼ਟ ਲੱਗ ਗਿਆ, ਮੈਨੂੰ ਦੁੱਖ ਲੱਗ ਗਿਆ, ਤੇ ਗੁਰੂ ਸਾਹਿਬ ਕਹਿੰਦੇ ਭਾਈ ਐਸਾ ਦੋਸ਼ ਕਿਸੇ ਨੂੰ ਨਾ ਦਿਓ। ਇਹ ਦੋਸ਼ ਤਾਂ ਸਾਡੇ ਆਪਣੇ ਕੀਤੇ ਹੋਏ ਕਰਮਾਂ ਦਾ ਹੀ ਹੈ। ਜੋ ਫਲ ਅਸੀਂ ਭੋਗ ਰਹੇ ਹਾਂ, ਜੋ ਅਸੀਂ ਰੋਗ ਕੱਟ ਰਹੇ ਹਾਂ, ਜੋ ਅਸੀਂ ਕਸ਼ਟ ਕੱਸ ਰਹੇ ਹਾਂ, ਜੋ ਅਸੀਂ ਸੰਤਾਪ ਕੱਟ ਰਹੇ ਹਾਂ, ਜੋ ਅਸੀਂ ਦੁੱਖ ਕਲੇਸ਼ ਭੋਗ ਰਹੇ ਹਾਂ, ਇਹ ਸਾਡੇ ਕੀਤੇ ਹੋਏ ਕਰਮ ਦਾ ਫਲ ਹੀ ਹੈ। ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਜੋ ਅਸੀਂ ਕੀਤਾ ਉਹ ਅਸੀਂ ਪਾ ਲਿਆ। ਹੁਣ ਗੁਰੂ ਸਾਹਿਬ ਸਾਨੂੰ ਇਹ ਬਖਸ਼ਿਸ਼ ਕਰਦੇ ਆ, ਗੁਰਬਾਣੀ ਗੁਰੂ ਸਾਹਿਬ ਕਹਿੰਦੇ ਆ, ਕਤਕ ਕਰਮ ਕਮਾਉਣੇ, ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੈ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ, ਵਿੱਚ ਨ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ, ਕੀਤਾ ਕਛੂ ਨ ਹੋਵੀ, ਲਿਖਿਆ ਤੁਰ ਸੰਜੋਗ। ਹੁਣ ਸਾਧ ਸੰਗਤ ਜੀ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਇੱਕ ਉਪਦੇਸ਼ ਬਖਸ਼ਦੇ ਆ, ਭਾਈ ਇਹ ਕਰਮ ਦਾ ਲੇਖਾ ਜੋਖਾ ਜਿਹੜਾ ਹੈ ਨਾ, ਇਹ ਹੈ ਆਪਣੇ ਕਰਮਾਂ ਦਾ ਹੀ, ਪਰ ਇਹਦੇ 'ਚ ਵੀ ਕਈ ਭੇਦ ਹੈ। ਕਰਮ ਉਹੀ ਹੁੰਦਾ ਹੈ, ਅਸੀਂ ਕਿਸੇ ਨੂੰ ਕੋਈ ਕਰਮ ਕਰਦੇ ਹਾਂ
ਤੇ ਜੇ ਕਿਤੇ ਆਪਣੀ ਮੈਂ ਦੇ ਵਿੱਚ, ਆਪਣੀ ਹਉਮੈ ਦੇ ਵਿੱਚ, ਆਪਣੇ ਹੰਕਾਰ ਦੇ ਵਿੱਚ ਕਰਮ ਕਰ ਦਿੱਤਾ ਤੇ ਉਹ ਸਾਡੇ ਸਿਰ ਦੋਸ਼ ਲੱਗ ਜਾਏਗਾ। ਪਰ ਉਹੀ ਕਰਮ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਦੇ ਓਟ ਆਸਰੇ ਦੇ ਵਿੱਚ ਕਰਦੇ ਹਾਂ ਤੇ ਉਦੋਂ ਉਹ ਕਰਮ ਜਿਹੜਾ ਹੈ ਉਹ ਸੱਚ ਬਣ ਜਾਂਦਾ ਔਰ ਉਸ ਦਾ ਫਲ ਜਿਹੜਾ ਸਾਨੂੰ ਸੁੱਖ ਫਲ ਮਿਲਦਾ। ਹੁਣ ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਆ, ਕਤਕ ਕਰਮ ਕਮਾਉਣੇ। ਕੱਤਕ ਦੇ ਮਹੀਨੇ ਨੂੰ ਲੈ ਕੇ ਗੁਰੂ ਸਾਹਿਬ ਨੇ ਸਾਨੂੰ ਇੱਕ ਬਖਸ਼ਿਸ਼ ਕੀਤੀ ਹੈ ਕਿ ਕਈ ਲੋਕ ਐਸੇ ਹੈ, ਕੱਤੇ ਦੇ ਵਿੱਚ ਜੀ ਅਸੀਂ ਆਹ ਕਰਮ ਨਹੀਂ ਕਰਨਾ, ਅਸੀਂ ਮਾਹ ਦੇ ਵਿੱਚ ਆਹ ਕੱਪੜੇ ਨਵੇਂ ਨਹੀਂ ਸਵਾਉਣੇ, ਅਸੀਂ ਵਿਆਹ ਨਹੀਂ ਕਰਨਾ ਜੀ, ਅਸੀਂ ਪੋਹ ਦੇ ਮਹੀਨੇ 'ਚ ਵਿਆਹ ਨਹੀਂ ਕਰਨਾ ਜੀ, ਅਸੀਂ ਫਲਾਨਾ ਕਾਰਜ ਨਹੀਂ ਕਰਨਾ, ਅਸੀਂ ਉਹ ਕਾਰਜ ਨਹੀਂ ਕਰਨਾ ਜੀ, ਹੁਣ ਪੰਚਕਾਂ ਲੱਗੀਆਂ ਹੋਈਆਂ ਜੀ, ਹੁਣ ਆਏ ਆ ਜੀ। ਅਨੇਕਾਂ ਲੋਕ ਜਿਹੜੇ ਆ ਇਹ ਵਿਚਾਰਾਂ ਕਰਦੇ ਆ ਤੇ ਗੁਰੂ ਸਾਹਿਬ ਕਹਿੰਦੇ ਭਾਈ ਇਹ ਕਰਮ ਜਿਹੜੇ ਆ ਨਾ ਕਮਾਉਣੇ, ਇਹ ਜਦੋਂ ਅਸੀਂ ਕਮਾਉਣੇ ਆ ਨਾ ਉਸ ਦਾ ਜਦੋਂ ਫਲ ਲੱਗਦਾ ਤੇ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇਣਾ। ਇਹ ਕਰਮ ਕਮਾਏ ਹੋਏ ਕਿਸੇ ਦੋਸ਼ ਦੇ ਯੋਗ ਨਹੀਂ ਹੈ। ਕਿਉਂ? ਕਿਉਂਕਿ ਇਹ ਤਾਂ ਕਰਮ ਸਾਡੇ ਆਪਣੇ ਹੀ ਕਮਾਏ ਹੋਏ ਆ। ਤੇ ਕਹਿੰਦੇ ਕਦੋਂ ਇਹ ਦੋਸ਼ ਬਣ ਜਾਂਦੇ ਆ? ਗੁਰੂ ਸਾਹਿਬ ਕਹਿੰਦੇ ਆ ਪਰਮੇਸ਼ਰ ਤੇ ਭੁੱਲਿਆ। ਜਦੋਂ ਸਾਡੇ ਕਰਮ ਦੇ ਵਿੱਚੋਂ ਕੋਈ ਵੀ ਅਸੀਂ ਕਰਮ ਕਰ ਰਹੇ ਹਾਂ, ਕਿਸੇ ਨੂੰ ਅਸੀਂ ਸੇਵਾ ਦੇ ਰਹੇ ਹਾਂ, ਪਰਮਾਤਮਾ ਦੇ ਨਾਮ ਦੀ, ਪਰਮਾਤਮਾ ਦਾ ਓਟ ਆਸਰਾ ਲੈ ਕੇ ਉਹ ਕਰਮ ਸੱਚ ਬਣ ਜਾਏਗਾ। ਤੇ ਕਿਸੇ ਨੂੰ ਅਸੀਂ ਹੰਕਾਰ ਕਰਕੇ ਲੈ ਓਏ ਲੈ ਜਾ, ਲੈ ਪੈਸੇ ਜਿੱਥੇ ਮਰਜ਼ੀ ਲਾ ਲਈ, ਮੈਂ ਤੈਨੂੰ ਦਿੱਤੇ ਹੈ, ਔਰ ਹੰਕਾਰ ਕਰਨਾ ਮੈਂ ਤੈਨੂੰ ਪੈਸੇ ਦੇ ਦਿੱਤੇ ਹੈ, ਤੇ ਇਹ ਕਰਮ ਜਿਹੜਾ ਹੈ ਇਹ ਦੋਸ਼ਯੋਗ ਬਣ ਜਾਂਦਾ ਹੈ। ਕਿਉਂਕਿ ਇਹਦੇ ਵਿੱਚ ਪਰਮਾਤਮਾ ਨਹੀਂ ਹੈ, ਇਹਦੇ ਵਿੱਚ ਮੈਂ ਹੈ, ਹੰਕਾਰ ਹੈ, ਹਉਮੈ ਹੈ, ਮੇਰੀ ਹੈ। ਔਰ ਜਿੱਥੋਂ ਪਰਮਾਤਮਾ ਨਿਕਲ ਗਿਆ ਉੱਥੋਂ ਉਹੀ ਕਰਮ ਜਿਹੜਾ ਹੈ ਉਹ ਦੋਸ਼ ਬਣ ਗਿਆ। ਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਤੇ ਭੁੱਲਿਆ। ਫਿਰ ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਕੇ ਕਰਮ ਕਰਦੇ ਆ ਨਾ ਤੇ ਵਿਆਪਣ ਸਭੈ ਰੋਗ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ ਭਾਈ ਫਿਰ ਸਾਰੇ ਰੋਗ ਹੀ ਲੱਗ ਜਾਂਦੇ ਆ। ਪਤਾ ਨਹੀਂ ਕਿਹੜੇ ਕਿਹੜੇ ਰੋਗ ਲੱਗ ਜਾਂਦੇ ਸਾਡੇ ਕੀਤੇ ਹੋਏ ਕਰਮਾਂ ਦੇ। ਇੱਕ ਛੋਟੇ ਜਿਹੇ ਕਰਮ ਦਾ ਬਹੁਤ ਵੱਡਾ ਦੋਸ਼ ਵੀ ਲੱਗ ਸਕਦਾ ਪਰਮਾਤਮਾ ਦੀ ਕਿਰਪਾ ਨਾਲ। ਹੁਣ ਗੁਰੂ ਸਾਹਿਬ ਕਹਿੰਦੇ ਆ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਕੇ ਕਰਮ ਕਰਦੇ ਹਾਂ ਔਰ ਸਾਰੀ ਜ਼ਿੰਦਗੀ ਇਹੀ ਕਰਮ ਕਰਦੇ ਰਹੇ, ਪਰਮੇਸ਼ਰ ਨੂੰ ਭੁਲਾ ਹੀ ਰੱਖਿਆ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਭਾਈ ਐਸਾ ਕਰਮ ਵੀ ਬਣ ਜਾਂਦਾ ਕਿ ਜਨਮਾਂ ਦਾ ਵਿਜੋਗ, ਪਰਮਾਤਮਾ ਤੋਂ ਵਿਛੋੜਾ ਬਣ ਜਾਂਦਾ ਹੈ। ਪਰਮਾਤਮਾ ਦਾ ਜਿਹੜਾ ਸਾਨੂੰ ਦਰਸ਼ਦਾਰਾ ਹੋਣਾ ਹੁੰਦਾ ਨਾ ਉਹ ਜਨਮ ਜਨਮ ਦਾ ਵਿਛੋੜਾ ਬਣ ਜਾਂਦਾ। ਯਾਨੀ ਇੱਕ ਜਨਮ ਚੋਂ ਨਿਕਲ ਕੇ ਦੂਜੇ ਜੂਨ ਦੇ ਵਿੱਚ ਪੈ ਜਾਣਾ, ਦੂਜੇ ਜੂਨ ਚੋਂ ਨਿਕਲ ਕੇ ਦੂਜੇ, ਇਹ ਜਨਮਾਂ ਦਾ ਵਿਜੋਗ ਜਿਹੜਾ ਪਰਮਾਤਮਾ ਵੱਲੋਂ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਔਰ ਅਸੀਂ ਜੂਨਾਂ ਦੇ ਚੱਕਰਾਂ ਦੇ ਵਿੱਚ ਫਸ ਜਾਂਦੇ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਐਸੀ ਅਵਸਥਾ ਜਦੋਂ ਬਣਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਜਿਹੜੇ ਮਾਇਆ ਦੇ ਭੋਗਾਂ ਨੂੰ, ਜਿਹੜੀ ਮਾਇਆ ਨੂੰ ਅਸੀਂ ਚੰਗਾ ਕਰਕੇ ਸਮਝਿਆ ਸੀ ਨਾ, ਇਕੱਠੀ ਕੀਤੀ ਸੀ ਮਾਇਆ, ਸਾਡੇ ਕੰਮ ਆਏਗੀ ਹਉਮੈ ਕਰਕੇ, ਮੈਂ ਕਰਕੇ, ਤੇ ਉਹੀ ਜਦੋਂ ਪੁੱਤਰ ਪੋਤਰੇ ਹੋਏ ਤੇ ਉਹਨਾਂ ਨੇ ਇਸ ਪਿੱਛੇ ਲੜਾਈ ਪਾਤੀ ਔਰ ਪਿਓ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ। ਇਹ ਮਾਇਆ ਦੇ ਭੋਗ ਜਿਹੜੇ ਆ ਉਦੋਂ ਜਿਹੜੀਆਂ ਵਸਤਾਂ, ਜਿਹੜੀਆਂ ਪਦਾਰਥ ਸੀ, ਇਹ ਵੀ ਕੌੜੇ ਹੋਣ ਲੱਗ ਗਏ। ਉਦੋਂ ਇਹ ਬੰਦਾ ਇਹ ਸੋਚਦਾ ਕਿ ਕਿਉਂ ਬਣਾਏ ਸੀ ਮੈਂ, ਮੈਨੂੰ ਕੀ ਲੋੜ ਸੀ, ਕਿਉਂ ਬਣਾਏ ਸੀ। ਜਦੋਂ ਪੁੱਤ ਪੋਤੇ ਜਿਹੜੇ ਆ ਪਰੇਸ਼ਾਨ ਕਰਨ ਲੱਗ ਜਾਂਦੇ ਆ, ਮਾਰਨ ਲੱਗ ਜਾਂਦੇ, ਇੱਥੋਂ ਤੱਕ ਕਿ ਉਹ ਮਾਰ ਵੀ ਦਿੰਦੇ ਆ ਪਿਓ ਨੂੰ। ਗੁਰੂ ਸਾਹਿਬ ਕਹਿੰਦੇ ਆ ਫਿਰ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਇਹ ਕਰਮ ਜਿਹੜਾ ਸਾਡਾ ਨਾ ਫਿਰ ਲਗਾਤਾਰ ਜਦੋਂ ਅਸੀਂ ਇਸ ਤਰ੍ਹਾਂ ਦੇ ਕਰਮ ਕਰਦੇ ਰਹੇ ਤੇ ਇਹ ਕਰਮ ਦੋਸ਼ ਜਿਹੜਾ ਹੈ ਰੋਗ ਬਣ ਕੇ ਸਾਡੇ ਜੀਵਨ ਦੇ ਵਿੱਚ ਆ ਜਾਂਦਾ। ਔਰ ਜੀਵਨ ਦੇ ਵਿੱਚ ਫਿਰ ਅਸੀਂ ਕਿਸ ਬੰਦੇ ਨੂੰ ਜਾ ਕੇ ਰੋਈਏ ਕਿ ਜੇ ਸਾਡੇ ਕਸ਼ਟ ਕੱਟ ਜਾਵੇ, ਕਿਉਂਕਿ ਉਹ ਤਾਂ ਭੋਗਣੇ ਹੀ ਪੈਣੇ ਆ। ਵਿੱਚ ਕੋਈ ਨਹੀਂ ਪੈਂਦਾ, ਕਿੱਥੇ ਅਸੀਂ ਕੋਈ ਸਾਨੂੰ ਥਾਂ ਨਹੀਂ ਲੱਭਦੀ ਜਿੱਥੇ ਅਸੀਂ ਉੱਥੇ ਰੋਈਏ ਜਾ ਕੇ ਕਿ ਸਾਨੂੰ ਇਹ ਕਰਮ ਸਾਡਾ ਕੱਟ ਦਿਓ, ਸਾਡਾ ਦੁੱਖ ਕੱਟ ਦਿਓ, ਸਾਡਾ ਕਲੇਸ਼ ਕੱਟ ਦਿਓ। ਹੁਣ ਗੁਰੂ ਸਾਹਿਬ ਕਹਿੰਦੇ ਆ ਭਾਈ ਕਰਮ ਜਿਹੜੇ ਹੈ ਨਾ 3 ਪ੍ਰਕਾਰ ਦੇ ਹੁੰਦੇ। ਕਰਮ ਕਿਰਿਆਮਾਨ ਕਰਮ ਜੋ ਅਸੀਂ ਹੁਣ ਕਰਦੇ ਹਾਂ, ਹੱਥੋਂ ਹੱਥ ਕਰਦੇ ਹਾਂ, ਹੱਥੋਂ ਹੱਥ ਫਲ ਮਿਲ ਜਾਂਦਾ ਉਸ ਦਾ। ਸੰਚਿਤ ਕਰਮ, ਅਸੀਂ ਕਰਮ ਕੀਤਾ ਉਸ ਦਾ ਹਾਲੇ ਕੋਈ ਫਲ ਨਹੀਂ ਹੈ, ਉਹ ਸੰਚਿਤ ਹੋ ਗਿਆ, ਜਮ੍ਹਾਂ ਹੋ ਗਿਆ ਔਰ ਬਹੁਤ ਦੇਰ ਬਾਅਦ ਜਾ ਕੇ ਉਸ ਦਾ ਫਲ ਜਿਹੜਾ ਸਾਨੂੰ ਉਹ ਪ੍ਰਾਪਤ ਹੁੰਦਾ ਹੈ। ਇਹਨੂੰ ਕਹਿੰਦੇ ਆ ਸੰਚਿਤ ਕਰਮ। ਇੱਕ ਕਰਮ ਹੁੰਦਾ ਸਾਡਾ ਪ੍ਰਾਲਬਧ ਕਰਮ,
ਤੀਜਾ ਕਰਮ ਜਿਹੜਾ ਕਿ ਅੱਜ ਅਸੀਂ ਕੀਤਾ, ਉਹ ਕਿਸੇ ਜਨਮ ਦੇ ਵਿੱਚ ਸਾਨੂੰ ਜਿਹੜਾ ਹੈ ਉਸ ਦਾ ਫਲ ਨਹੀਂ ਲੱਗਿਆ, ਪਰ ਜਦੋਂ ਅਸੀਂ ਅਗਲੇ ਜਨਮ ਗਏ, ਉਦੋਂ ਅਗਲੇ ਜਨਮ ਗਏ, ਉਦੋਂ ਅਗਲੇ ਜਨਮ ਗਏ, ਤੇ ਉਸ ਦਾ ਫਲ ਜਿਹੜਾ ਸਾਨੂੰ ਉਹ ਪ੍ਰਲਬਧ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋ ਗਿਆ, ਔਰ ਸਾਨੂੰ ਉਹ ਦੋਸ਼ ਜਿਹੜਾ ਹੈ, ਭੋਗ ਜਿਹੜਾ ਹੈ ਕਰਮ ਦਾ, ਉਹ ਭੋਗਣਾ ਪੈ ਗਿਆ। ਹੁਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ, ਇਹਦਾ ਫਿਰ ਕੋਈ ਇਲਾਜ ਨਹੀਂ ਹੈ। ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਕੀਤਾ ਕਛੂ ਨਾ ਹੋਵੀ, ਲਿਖਿਆ ਤੁਰ ਸੰਜੋਗ। ਇਹਦਾ ਕੀਤਾ ਕੁਛ ਨਹੀਂ ਹੁੰਦਾ। ਹੁਣ ਜਿਹੜਾ ਮੱਥੇ ਦੇ ਉੱਤੇ ਲਿਖਿਆ ਗਿਆ ਪ੍ਰਲਬਧ ਕਰਮ, ਇਹ ਭਾਈ ਸਾਨੂੰ ਸੰਜੋਗ ਬਣ ਕੇ ਮਿਲਿਆ, ਔਰ ਸਾਨੂੰ ਇਹ ਪ੍ਰਾਪਤ ਕਰਨਾ ਹੀ ਪਏਗਾ, ਸਾਨੂੰ ਇਹ ਭੋਗਣਾ ਹੀ ਪਏਗਾ। ਹੁਣ ਇਹ ਬਖਸ਼ਿਸ਼ ਪੰਚਮ ਪਾਤਸ਼ਾਹ ਜੀ ਸਾਨੂੰ ਇਸ 12 ਮਾਹ ਦੇ ਵਿੱਚ ਬਖਸ਼ਿਸ਼ ਕਰਦੇ ਹੈ। ਔਰ ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਕਰਮ ਵੀ ਜਿਹੜਾ ਨਾ, ਇੱਕ ਭੇਦ ਦੀ ਗੱਲ ਹੋਰ ਹੈ ਗੁਰਬਾਣੀ ਸਾਨੂੰ ਬਖਸ਼ ਕਰਦੀ। ਕਹਿੰਦੇ ਵੀ ਬੰਦਾ ਕਈ ਵਾਰੀ ਕਰਮ ਕਰਦਾ, ਪਰ ਆਪਣੇ ਕੀਤੇ ਹੋਏ ਕਰਮ ਦਾ ਫਲ ਜਿਹੜਾ ਹੈ ਉਹ ਪ੍ਰਮਾਤਮਾ ਵੱਲੋਂ ਭੁਗਤਾਇਆ ਜਾ ਰਿਹਾ, ਇਸ ਕਰਕੇ ਪ੍ਰਮਾਤਮਾ ਉਸ ਤੋਂ ਉਹ ਕਰਮ ਕਰਵਾਉਂਦਾ। ਆਪੇ ਕਰਤਾ ਕਰੇ ਕਰਾਏ, ਆਪੇ ਮਾਰਗ ਪਾਏ, ਆਪੇ ਗੁਰਮੁਖ ਦੇ ਵਡਿਆਈ, ਨਾਨਕ ਨਾਮ ਸਮਾਏ। ਹੁਣ ਗੁਰੂ ਸਾਹਿਬ ਕੀ ਬਖਸ਼ਿਸ਼ ਕਰਦੇ ਆ ਕਿ ਜੇ ਗੁਰੂ ਦੀ ਕਿਰਪਾ ਹੋ ਜਾਵੇ, ਕੋਈ ਗੁਰਮੁਖ ਪਿਆਰਾ ਗੁਰੂ ਦੀ ਸ਼ਰਨ ਵਿੱਚ ਹੋ ਕੇ ਪ੍ਰਮਾਤਮਾ ਨੂੰ ਬੇਨਤੀ ਲਗਾ ਦੇ। ਕੀ ਬੇਨਤੀ ਲਗਾ ਦੇ? ਸੱਚੇ ਪਾਤਸ਼ਾਹ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦਿਸ ਪ੍ਰਮੈ, ਥਕ ਆਏ ਪ੍ਰਭ ਕੀ ਸਾਂ। ਪੰਚਮ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਆ ਕਿ ਅਗਰ ਕੋਈ ਗੁਰਮੁਖ ਪਿਆਰੀ ਰੂਹ ਕੀਤੇ ਹੋਏ ਕਰਮ ਦਾ, ਕੀਤੇ ਹੋਏ ਦੋਸ਼ ਦਾ, ਰੋਗ ਦਾ, ਕਸ਼ਟ ਦਾ ਨਿਵਾਰਨ ਕਰਨ ਵਾਸਤੇ ਕਿਤੇ ਪਰਮਪਿਤਾ ਪਰਮਾਤਮਾ ਨੂੰ ਫਿਰ ਨੀਵੀਂ ਹੋ ਕੇ ਸਤਿਗੁਰੂ ਦੀ ਕਿਰਪਾ ਨਾਲੇ ਬੇਨਤੀ ਲਗਾ ਦੇਵੇ, ਸੱਚੇ ਪਾਤਸ਼ਾਹ ਕਰ ਕਿਰਪਾ ਮੇਲੋ ਰਾਮ। ਅਸੀਂ ਤਾਂ ਸੱਚੇ ਪਾਤਸ਼ਾਹ ਸਾਰਾ ਸੰਸਾਰ ਭਰਮਦੇ ਤੇਰੇ ਦਰ ਤੇ ਆ ਗਏ ਆ, ਕਿਰਪਾ ਕਰੋ ਸਾਨੂੰ ਬਖਸ਼ ਲਓ, ਬਖਸ਼ ਲਓ, ਬਖਸ਼ ਲਓ। ਤੇ ਫਿਰ ਐਸੀ ਕਿਰਪਾ ਵੀ ਹੋ ਜਾਂਦੀ ਹੈ, ਪਰਮਪਿਤਾ ਪਰਮਾਤਮਾ ਜਿਹੜਾ ਹੈ ਉਸ ਗੁਰਮੁਖ ਪਿਆਰੀ ਰੂਹ ਨੂੰ ਬਖਸ਼ ਦਿੰਦਾ ਹੈ। ਆਪੇ ਗੁਰਮੁਖ ਦੇ ਵਡਿਆਈ, ਆਪੇ ਹੀ ਮਾਰਗ ਤੇ ਪਾਉਂਦਾ ਪਰਮਾਤਮਾ, ਔਰ ਉਸ ਗੁਰਮੁਖ ਨੂੰ ਵਡਿਆਈ ਦੇ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਕਰ ਦਿੰਦਾ ਹੈ। ਪਰਮਾਤਮਾ ਦੇ ਨਾਮ, ਪਰਮਾਤਮਾ ਦੀ ਸ਼ਰਨ ਦੇ ਵਿੱਚ ਉਹ ਗੁਰਮੁਖ ਪਿਆਰੀ ਰੂਹ ਫਿਰ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਿੰਦੀ ਹੈ, ਔਰ ਉਹਦੇ ਕਰਮ ਜਿਹੜੇ ਹੁੰਦੇ ਆ, ਦੋਸ਼ ਜਿਹੜੇ ਹੁੰਦੇ ਆ, ਉਹ ਕੱਟੇ ਜਾਂਦੇ ਆ ਗੁਰੂ ਦੀ ਕਿਰਪਾ ਨਾਲ। ਹੁਣ ਸਾਧ ਸੰਗਤ ਜੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਇਹ ਸੰਸਾਰ ਦਾ ਖੇਲ ਹੈ ਭਾਈ, ਸਾਰਾ ਕੁਝ ਪਰਮਾਤਮਾ ਦੇ ਵੱਸ ਹੈ। ਨਕ ਨੱਥ ਖਸਮ ਹੱਥ, ਕਿਰਤ ਤੱਕੇ ਦੇ, ਇਹ ਕਿਰਤ ਕਰਨੀ ਵੀ ਜਿਹੜੀ ਹੈ ਨਾ, ਇਹ ਵੀ ਪਰਮਾਤਮਾ ਦੇ ਹੱਥ ਹੈ। ਸਾਡੇ ਨੱਕ ਦੇ ਵਿੱਚ ਨੱਥ ਪਾ ਰੱਖੀ ਹੈ ਪਰਮਪਿਤਾ ਪਰਮਾਤਮਾ ਨੇ, ਔਰ ਉਹ ਖਸਮ ਦੇ ਹੱਥ ਹੈ ਕਿ ਕੋਈ ਵੀ ਕਿਰਤ ਕਰਾਵੇ, ਕਿੱਥੇ ਵੀ ਕਰਾਵੇ, ਕਿਉਂਕਿ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿਰਤ ਕਰਮ ਕੇ ਵਿਛੜੇ। ਕਿਰਤ ਕਰਮ ਦੇ ਵਿੱਚ ਹੀ ਅਸੀਂ ਵਿਛੜਦੇ ਹਾਂ, ਤੇ ਇਸ ਪਰਮਪਿਤਾ ਪਰਮਾਤਮਾ ਦਾ ਇਹ ਹੁਕਮ ਹੁੰਦਾ ਹੈ ਕਿ ਆਪੇ ਸਾਡੇ ਤੋਂ ਕੰਮ ਕਰਾਉਂਦਾ ਹੈ, ਆਪੇ ਕਰਮ ਕਰਾਉਂਦਾ ਹੈ, ਔਰ ਕਿਰਤ ਜਿੱਥੇ ਜਾਂਦੀ ਹੈ, ਜਿੱਥੇ ਕਰਾਉਣੀ ਹੁੰਦੀ ਹੈ, ਉੱਥੇ ਜਾ ਕੇ ਉਹੋ ਜਿਹੀ ਕਿਰਤ ਤੋਂ ਸਾਡੇ ਤੋਂ ਕਰਵਾ ਦਿੰਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਜਹਾਂ ਦਾਣੇ ਤਹਾਂ ਖਾਣੇ, ਜਿੱਥੇ ਕਿਸੇ ਦਾ ਭੋਗ ਲਿਖਿਆ ਹੁੰਦਾ ਹੈ, ਜਿੱਥੇ ਕਿਸੇ ਦਾ ਕਰਮ ਲਿਖਿਆ ਹੁੰਦਾ ਹੈ, ਉੱਥੇ ਜਾ ਕੇ ਉਸ ਨੂੰ ਉਹ ਦਾਣੇ ਜਿਹੜੇ ਹੈ ਉੱਥੇ ਖਾਣੇ ਪੈਂਦੇ ਆ। ਨਾਨਕਾ ਸੱਚ ਹੈ, ਗੁਰੂ ਸਾਹਿਬ ਕਹਿੰਦੇ ਆ, ਹੈ ਗੁਰੂ ਨਾਨਕ, ਨਾਨਕ ਪੰਚਮ ਪਾਤਸ਼ਾਹ ਨਾਨਕ ਦੀ ਮੋਹਰ ਲਗਾ ਕੇ
ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਨਾਨਕਾ ਸੱਚ ਹੈ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਕਿਰਤ ਸਾਨੂੰ ਆਪਣੇ ਆਪ ਉੱਥੇ ਲੈ ਜਾਂਦੀ ਹੈ ਜਿੱਥੇ ਦਾਣੇ ਸਾਡੇ, ਜਿੱਥੇ ਸਾਡੀ ਚੋਗ ਲਿਖੀ ਹੁੰਦੀ ਆ, ਉੱਥੇ ਜਾ ਕੇ ਅਸੀਂ ਉਹ ਦਾਣੇ ਖਾਂਦੇ ਆ। ਤੇ ਗੁਰੂ ਸਾਹਿਬ ਕਹਿੰਦੀ ਹੈ, ਹੇ ਨਾਨਕ ਇਹ ਸੱਚ ਹੈ, ਇਹ ਸੱਚ ਹੈ, ਇਹ ਸੱਚ ਹੈ। ਇਹ ਕਿਰਤ ਵੀ ਸਾਨੂੰ ਜ਼ਰੂਰ ਕਰਨੀ ਪਏਗੀ। ਕਿਰਤ ਬਿਨਾਂ ਅਸੀਂ ਰਹਿ ਨਹੀਂ ਸਕਦੇ, ਕਿਰਤ ਬਿਨਾਂ ਅਸੀਂ ਆਪਣਾ ਜੀਵਨ ਨਹੀਂ ਚਲਾ ਸਕਦੇ। ਕਿਰਤ ਜ਼ਰੂਰ ਕਰਨੀ ਹੈ, ਔਰ ਕਰਨੀ ਇਸ ਕਰਕੇ ਹੈ ਕਿ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹੀਏ ਔਰ ਪਰਮਾਤਮਾ ਦੇ ਓਟ ਆਸਰੇ ਦੇ ਵਿੱਚ ਰਹੀਏ, ਤੇ ਫਿਰ ਸੱਚ ਧਰਮ ਦੀ ਕਿਰਤ ਕਰੀਏ ਤਾਂ ਕਿ ਉਹ ਕਰਮ ਜਿਹੜਾ ਹੈ ਸਾਡਾ ਸੱਚ ਕਰਮ ਬਣ ਕੇ ਸਾਨੂੰ ਸੁੱਖਾਂ ਦੀ ਪ੍ਰਾਪਤੀ। ਉਹ ਸਾਧ ਸੰਗਤ ਜੀ, ਇਸ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਆ, ਭਾਈ ਜਿਹੜੇ ਲੋਕ ਅਹਿਮ ਬੁੱਧ ਕਰਮ ਕਮਾਵਣੇ, ਲੋਕ ਐਸੇ ਹੈ ਹੰਕਾਰ ਦੇ ਵਿੱਚ ਕਰਮ ਕਮਾਉਂਦੇ ਆ, ਪਰਮਾਤਮਾ ਨੂੰ ਭੁੱਲ ਜਾਂਦੇ ਆ। ਪਰਮਾਤਮਾ ਦੇ ਭੁੱਲਿਆਂ ਗੁਰੂ ਸਾਹਿਬ ਕਹਿੰਦੇ ਆ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਫਿਰ ਇਹ ਸਾਨੂੰ ਰੋਗ ਲੱਗ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਐਸੇ ਲੋਕ ਵੀ ਹੈ ਪਰਮਾਤਮਾ ਦਾ ਨਾਮ ਵੀ ਲੈਂਦੇ ਆ ਔਰ ਮਨ ਦੇ ਵਿੱਚ ਹੰਕਾਰ ਹੈ, ਦਾਨ ਦਿੱਤਾ ਹੈ, ਸੇਵਾ ਦਿੱਤੀ ਹੈ, ਔਰ ਫਿਰ ਬੋਰਡਾਂ ਦੇ ਉੱਤੇ ਨਾਂ ਲਿਖਾਈ ਜਾਂਦੇ ਆ। ਲੋਕਾਂ ਦੇ ਲੰਗਰ ਲਾ ਕੇ ਲੋਕਾਂ ਦੀ ਸੇਵਾ ਕੀਤੀ ਹੈ ਗੁਰੂ ਪਿਆਰ ਦੀ ਭਾਵਨਾ ਲੈ ਕੇ, ਪਰ ਨਾਲ ਨਾਲ ਆਪਣੀ ਮੈਂ ਨੂੰ ਲੈ ਕੇ ਆਪਣੀਆਂ ਫੋਟੋਆਂ ਖਿਚਾ ਕੇ ਲੋਕਾਂ ਨੂੰ ਦਿਖਾਉਂਦੇ ਫਿਰਦੇ, ਅਸੀਂ ਲੰਗਰ ਲਾਇਆ, ਅਸੀਂ ਲੰਗਰ ਲਾਇਆ। ਭਾਈ ਐਸੇ ਲੋਕ ਵੀ ਪਏ ਆ। ਇਹ ਕਿਰਤ ਦੇ ਕਰਮ ਦੇ ਇਹੀ ਦੋਸ਼ ਬਣ ਜਾਂਦੇ ਆ। ਐਸੀ ਹੀ ਕਿਰਤ ਜਿਹੜੀ ਇਹ ਦੋਸ਼ ਬਣ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆ, ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸੁਧ ਨਾ ਹੋਈ, ਅਣਦਿਨ ਕਰਮ ਕਰੇ ਬਹੁ ਤੇਰੇ, ਸੁਪਨੇ ਸੁਖ ਨਾ ਹੋਈ। ਕਹਿੰਦੇ ਐਸੇ ਲੋਕ ਜਿਹੜੇ ਆ ਨਾ ਕਰਮ ਕਰਦੇ ਆ, ਇਹਨਾਂ ਨੂੰ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਹੁੰਦਾ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਜਦੋਂ ਸਾਡੇ ਮਨ ਚੋਂ ਪਰਮੇਸ਼ਰ ਨਿਕਲ ਜਾਂਦਾ ਹੈ ਨਾ, ਤੇ ਉਦੋਂ ਸਾਨੂੰ ਕਸ਼ਟ ਬਣ ਜਾਂਦਾ ਹੈ, ਉਦੋਂ ਸਾਨੂੰ ਰੋਗ ਬਣ ਜਾਂਦੇ ਆ। ਵਿਆਪਣ ਸਭੇ ਰੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਅਸੀਂ ਕਿਰਤ ਕਰਮ ਕਰਦੇ ਹੋਏ ਜਿਹੜੇ ਆ ਨਾ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਔਰ ਆਪਣੇ ਮਨ ਦਾ ਹੰਕਾਰ ਲੈ ਕੇ ਕਰਮ ਕਰ ਜਾਂਦੇ ਆ, ਉਸ ਦੇ ਉਹ ਰੋਗ ਬਣ ਜਾਂਦੇ ਆ, ਉਸ ਦੇ ਉਹ ਦੋਸ਼ ਬਣ ਜਾਂਦੇ ਆ। ਉਹ ਸਾਧ ਸੰਗਤ ਜੀ, ਆਓ ਆਪਾਂ ਇੱਕ ਵਿਚਾਰ ਕਰਦੇ ਹਾਂ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਆਪਣੇ ਸਥਾਨ ਤੇ ਬੈਠੇ ਹੈ ਔਰ ਕੋਲ ਦੀ ਅਨੰਦਪੁਰ ਦੇ ਇੱਕ ਰਿਛ ਵਾਲਾ ਰਿਛ ਲੈ ਕੇ ਜਾ ਰਿਹਾ ਹੈ ਔਰ ਸਿੱਖਾਂ ਨੇ ਦੇਖਿਆ ਵੀ ਰਿਛ ਜਾ ਰਿਹਾ ਔਰ ਰਿਛ ਉਹਨੂੰ ਕਿਹਾ, ਭਾਈ ਮਦਾਰੀ ਤੂੰ ਕੀ ਕਰਦਾ? ਭਾਈ ਇਹਦਾ ਨਾਚ ਕਰਵਾਉਣੇ ਔਰ ਕੋਈ ਰੋਜੀ ਰੋਟੀ ਬਣਾਉਣੀ ਹੈ। ਸਿੱਖਾਂ ਨੇ ਜਾ ਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ, ਮਹਾਰਾਜ ਕਿ ਕੋਈ ਰਿਛ ਵਾਲਾ ਜਾ ਰਿਹਾ ਹੈ, ਆਪਾਂ ਵੀ ਨਚਾ ਲਈਏ ਇੱਥੇ, ਆਪਾਂ ਵੀ ਉਹਦਾ ਖੇੜਾ ਦੇਖ ਲਈਏ ਮਦਾਰੀ ਦਾ। ਗੁਰੂ ਸਾਹਿਬ ਕਹਿੰਦੇ ਭਾਈ ਬੁਲਾ ਲਓ। ਸਿੱਖਾਂ ਨੇ ਉਸ ਰਿਛ ਵਾਲੇ ਮਦਾਰੀ ਨੂੰ ਗੁਰੂ ਸਾਹਿਬ ਦੇ ਕੋਲ ਲੈ ਆਂਦਾ ਔਰ ਗੁਰੂ ਸਾਹਿਬ ਨੇ ਪੁੱਛਿਆ, ਭਾਈ ਕੀ ਕਰਦਾ ਮਹਾਰਾਜ? ਇਸ ਰਿਛ ਦੀ ਖੇੜਾ ਦਿਖਾ ਕੇ, ਖੇਡ ਦਿਖਾ ਕੇ ਮੈਂ ਆਪਣਾ ਰੋਜੀ ਰੋਟੀ ਦਾ ਸਾਧਨ ਬਣਾਉਣਾ ਹੈ, ਕਿਰਤ ਕਰਮ ਕਰਦਾ ਹੈ। ਠੀਕ ਹੈ ਭਾਈ, ਫਿਰ ਸਾਨੂੰ ਵੀ ਵਿਖਾ ਦੇ ਭਾਈ। ਜੀ ਮਹਾਰਾਜ। ਹੁਣ ਕੀ ਹੋਇਆ ਹੈ ਕਿ ਸੰਗਤਾਂ ਆਸੇ ਪਾਸੇ ਦੁਆਲੇ ਚੌ ਪਾਸੇ ਘੇਰਾ ਬਣਾ ਕੇ ਬੈਠ ਗਈਆਂ ਔਰ ਗੁਰੂ ਸਾਹਿਬ ਵੀ ਆਪਣੇ ਆਸਨ ਦੇ ਉੱਤੇ ਬੈਠੇ ਹੋਏ ਹੈ। ਮਦਾਰੀ ਨੇ ਰਿਛ ਨੂੰ ਨਚਾਉਣਾ ਸ਼ੁਰੂ ਕਰ ਦਿੱਤਾ ਔਰ ਜਦੋਂ ਰਿਛ ਨੱਚਣ ਲੱਗਿਆ ਨਾ ਗੁਰੂ ਦਰ ਦੇ ਉੱਤੇ ਆ ਕੇ, ਗੁਰੂ ਚਰਨਾਂ ਦੇ ਵਿੱਚ, ਤੇ ਰਿਛ ਬੜਾ ਖੁਸ਼ ਹੋ ਰਿਹਾ ਹੈ, ਟਬੂਸੀਆਂ ਮਾਰ ਮਾਰ ਕੇ ਨੱਚਦਾ, ਟਬੂਸੀਆਂ ਮਾਰ ਮਾਰ ਕੇ ਨੱਚਦਾ, ਬੜਾ ਖੁਸ਼ ਹੋ ਰਿਹਾ ਹੈ। ਸੰਗਤ ਹੱਸਦੀ ਹੈ ਉਸ ਦੇ ਖੇੜੇ ਨੂੰ ਦੇਖ ਕੇ, ਉਸ ਦੇ ਉਛਲ ਕੁੱਦ ਨੂੰ ਦੇਖ ਕੇ, ਉਸ ਦੀ ਟਪੂਸੀਆਂ ਨੂੰ ਦੇਖ ਕੇ ਸੰਗਤ ਸਾਰੀ ਹੱਸਦੀ ਹੈ। ਔਰ ਮਹਾਰਾਜ ਦੇ ਪਿੱਛੇ ਜਿਹੜਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੇਵਾਦਾਰ ਭਾਈ ਕੀਰਤੀਆ ਜੀ ਚੌਰ ਫੇਰ ਰਿਹਾ ਹੈ
ਔਰ ਚੌਰ ਫੇਰਦਾ ਫੇਰਦਾ ਜਦੋਂ ਉਸਨੇ ਵੀ ਰਿਛ ਦੀਆਂ ਟਬੋਸ਼ੀਆਂ ਦੇਖੀਆਂ ਤੇ ਸੰਗਤ ਵੀ ਹੱਸੀ ਤੇ ਉਹ ਵੀ ਹੱਸ ਪਿਆ, ਖਿੜਖਿੜ ਕਰਕੇ ਹੱਸ ਪਿਆ। ਤੇ ਗੁਰੂ ਸਾਹਿਬ ਨੇ ਬਚਨ ਕੀਤਾ, ਭਾਈ ਕੀਰਤੀਆ ਤੂੰ ਨਾ ਹੱਸ ਭਾਈ। ਕਿਉਂ ਮਹਾਰਾਜ, ਮੈਂ ਕਿਉਂ ਨਾ ਹੱਸਾਂ? ਇਹ ਸਾਰੀ ਸੰਗਤ ਹੱਸੀ ਜਾਂਦੀ ਹੈ, ਮੈਂ ਕਿਉਂ ਨਾ ਹੱਸਾਂ? ਗੁਰੂ ਸਾਹਿਬ ਕਹਿਣ ਲੱਗੇ, ਭਾਈ ਕੀਰਤੀਆ ਇਹ ਜਿਹੜਾ ਰਿਛ ਹੈ ਨਾ, ਇਹ ਤੇਰਾ ਪਿਤਾ ਹੈ, ਇਸ ਕਰਕੇ ਤੂੰ ਨਾ ਹੱਸ। ਹੁਣ ਕੀਰਤੀਆ ਨੇ ਜਦੋਂ ਇਹ ਗੱਲ ਸੁਣੀ ਤੇ ਚੰਬੇ ਦੇ ਵਿੱਚ ਪੈ ਕੇ ਚੁੱਪ ਕਰ ਗਿਆ। ਚੌਰ ਸਾਹਿਬ ਕਰ ਰਿਹਾ ਮਹਾਰਾਜ ਨੂੰ, ਸੰਗਤਾਂ ਵੀ ਉਸ ਮਦਾਰੀ ਦਾ ਖੇੜਾ ਦੇਖ ਰਹੀਆਂ। ਬਹੁਤ ਸੋਹਣਾ ਨੱਚਿਆ ਗੁਰੂ ਸਾਹਿਬ ਦੇ ਦਰ ਦੇ ਉੱਤੇ, ਗੁਰੂ ਸਾਹਿਬ ਨੂੰ ਨਮਸਕਾਰਾਂ ਕੀਤੀਆਂ, ਗੁਰੂ ਸਾਹਿਬ ਨੂੰ ਸਤਿਕਾਰ ਕੀਤਾ, ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਬੇਨਤੀਆਂ ਲਾਈਆਂ ਜਿਵੇਂ ਸੱਚ ਕਹਿੰਦਾ ਹੋਵੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਨੂੰ ਮਾਫ ਕਰ ਦਿਓ। ਇਸ ਤਰ੍ਹਾਂ ਦੀ ਬੇਨਤੀ ਹੱਥ ਜੋੜ ਜੋੜ ਕੇ ਉਹ ਰਿਛ ਲਾ ਰਿਹਾ। ਹੁਣ ਖੇੜਾ ਵਿਖਾ ਕੇ ਬੰਦ ਕਰ ਦਿੱਤਾ ਮਦਾਰੀ ਨੇ, ਰਿਛ ਬੈਠ ਗਿਆ ਤੇ ਸਭ ਨੇ ਜਥਾਯੋਗ ਸੇਵਾ ਸੀ ਉਹ ਮਦਾਰੀ ਨੂੰ ਦਿੱਤੀ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਸੇਵਾਦਾਰਾਂ, ਇੱਕ ਸੇਵਾਦਾਰ ਨੂੰ ਇਸ਼ਾਰਾ ਕੀਤਾ ਵੀ ਇਸ ਨੂੰ ਪ੍ਰਸ਼ਾਦ ਅੰਦਰੋਂ ਮਹਾਰਾਜ ਦੇ ਚਰਨਾਂ ਚੋਂ ਲਿਆ ਕੇ ਇਸ ਨੂੰ ਪ੍ਰਸ਼ਾਦ ਛਕਾਓ। ਹੁਣ ਕੀ ਹੋਇਆ ਕਿ ਰਿਛ ਨੂੰ ਪ੍ਰਸ਼ਾਦ ਛਕਾ ਦਿੱਤਾ, ਔਰ ਜਦੋਂ ਪ੍ਰਸ਼ਾਦ ਗੁਰੂ ਦੀ ਸ਼ਰਨ ਦੇ ਵਿੱਚ ਗੁਰੂ ਦੀ ਕਿਰਪਾ ਨਾਲ ਉਸ ਨੇ ਛਕਿਆ ਤੇ ਉਸ ਦੇ ਮਨ ਦੇ ਅੰਦਰ ਦੇ ਜਿਹੜੇ ਸਾਰੇ ਕਲੇਸ਼ ਸੀ ਉਹ ਕੱਟੇ ਗਏ। ਕਲੇਸ਼ ਕੱਟੇ ਗਏ ਔਰ ਗੁਰੂ ਦੀ ਐਸੀ ਕਿਰਪਾ ਹੋਈ ਹੈ ਕਿ ਉਹ ਮਦਾਰੀ ਦਾ ਜਿਹੜਾ ਰਿਛ ਸੀ ਉਹ ਦੇਖਦਿਆਂ ਦੇਖਦਿਆਂ ਹੀ ਸਾਰਿਆਂ ਦੇ ਸਾਹਮਣੇ ਆਪਣੇ ਸਾਹ ਛੱਡ ਕੇ ਲਮਲੇਟ ਹੋ ਗਿਆ, ਧਰਤੀ ਦੇ ਉੱਤੇ ਲੰਮਾ ਪੈ ਗਿਆ, ਮ੍ਰਿਤ ਹੋ ਗਿਆ। ਮਦਾਰੀ ਬੜਾ ਹੈਰਾਨ ਹੋਇਆ ਹੈ। ਹੁਣ ਸਾਧ ਸੰਗਤ ਜੀ, ਮਦਾਰੀ ਜਦੋਂ ਇਹ ਵੇਖਿਆ ਵੀ ਮੇਰਾ ਤਾਂ ਰਿਛ ਮਰ ਗਿਆ ਤੇ ਬੜਾ ਪਰੇਸ਼ਾਨ ਹੋਇਆ। ਮਦਾਰੀ ਕਹਿਣ ਲੱਗਿਆ, ਮਹਾਰਾਜ ਵੀ ਇਸ ਰਿਛ ਨਾਲ ਮੇਰੀ ਰੋਜੀ ਰੋਟੀ ਚੱਲਦੀ ਸੀ, ਮੇਰੀ ਕਿਰਤ ਚੱਲਦੀ ਸੀ, ਅੱਜ ਇਹ ਰਿਛ ਸਾਹ ਛੱਡ ਗਿਆ, ਹੁਣ ਮੈਂ ਨਵਾਂ ਰਿਛ ਕਿੱਥੋਂ ਲਵਾਂਗਾ? ਮੇਰੇ ਕੋਲ ਤਾਂ ਪੈਸੇ ਵੀ ਨਹੀਂ ਹੈ ਇੰਨੇ ਸੱਚੇ ਪਾਤਸ਼ਾਹ, ਤੇ ਮੇਰਾ ਜੀਵਨ ਜਿਹੜਾ ਕਿਵੇਂ ਚੱਲੇਗਾ, ਮੇਰੀ ਰੋਟੀ ਕਿਵੇਂ ਚੱਲੇਗੀ ਸੱਚੇ ਪਾਤਸ਼ਾਹ, ਮੈਨੂੰ ਬੜਾ ਫਿਕਰ ਲੱਗ ਗਿਆ। ਤਾਂ ਮਦਾਰੀ ਦੀ ਗੱਲ ਸੁਣ ਕੇ ਗੁਰੂ ਸਾਹਿਬ ਕਹਿਣ ਲੱਗੇ, ਭਾਈ ਖਜ਼ਾਨਚੀ ਨੂੰ ਕਹਿਣ ਲੱਗੇ, ਦੀਵਾਨ ਸਾਹਿਬ ਨੂੰ ਕਹਿਣ ਲੱਗੇ, ਦੀਵਾਨ ਜੀ ਇਸ ਮਦਾਰੀ ਨੂੰ ਰਿਛ ਦੀ ਪੂਰੀ ਕੀਮਤ ਜਿੰਨੀ ਬਣਦੀ ਆ ਉਹ ਦੇ ਦਿਓ। ਗੁਰੂ ਨੇ ਕਿਰਪਾ ਕੀਤੀ, ਉਹ ਕੀਮਤ ਮਦਾਰੀ ਨੂੰ ਦੇ ਕੇ ਉਹਨੂੰ ਕਿਹਾ, ਭਾਈ ਨਵਾਂ ਰਿਛ ਲੈ ਲੈ, ਆਪਣਾ ਜੀਵਨ ਚਲਾ। ਚਲੋ ਜੀ, ਸੰਗਤਾਂ ਹਾਲੇ ਉੱਥੇ ਹੀ ਬਿਰਾਜਮਾਨ ਹੈ। ਕੀਰਤੀਆ ਵੀ ਗੁਰੂ ਸਾਹਿਬ ਦੇ ਚੌਰ ਸਾਹਿਬ ਕਰ ਰਿਹਾ ਹੈ, ਪਰ ਕੀਰਤੀਆ ਬੜਾ ਪਰੇਸ਼ਾਨ ਹੈ। ਕੀਰਤੀ ਨੇ ਇੱਕ ਸਵਾਲ ਕੀਤਾ, ਸੱਚੇ ਪਾਤਸ਼ਾਹ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸੱਚੇ ਪਾਤਸ਼ਾਹ। ਕਰ ਭਾਈ। ਸੱਚੇ ਪਾਤਸ਼ਾਹ ਤੁਸੀਂ ਕਿਹਾ ਵੀ ਇਹ ਰਿਛ ਜਿਹੜਾ ਹੈ ਇਹ ਮੇਰਾ ਪਿਤਾ ਸੀ, ਸੋਭਾ ਸਿੰਘ ਸੀ, ਤੇ ਮਹਾਰਾਜ ਮੇਰਾ ਪਿਤਾ ਸੋਭਾ ਸਿੰਘ ਤਾਂ 9ਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੇਵਾਦਾਰ ਦਾ ਰੂਪ ਧਾਰਨ ਕਰਕੇ ਸੇਵਾ ਕਰਦਾ ਰਿਹਾ, ਔਰ ਇੰਨੀ ਸੇਵਾ ਕੀਤੀ ਹੈ ਕਿ ਤੁਸੀਂ ਵੀ ਜਾਣਦੇ ਹੋ। ਹਾਂ ਭਾਈ, ਸੇਵਾ ਕੀਤੀ ਹੈ 9ਵੇਂ ਪਾਤਸ਼ਾਹ ਦੀ ਤੇਰੇ ਪਿਤਾ ਜੀ ਨੇ, ਪਰ ਇੱਕ ਅਣਜਾਣੇ ਦੇ ਵਿੱਚ ਇੱਕ ਕਰਮ ਹੋ ਗਿਆ ਜਿਹੜਾ ਕਿ ਦੋਸ਼ ਬਣ ਗਿਆ, ਪਾਪ ਕਰਮ ਹੋ ਗਿਆ। ਹੰਕਾਰ ਦੇ ਵਿੱਚ ਆ ਕੇ ਉਹ ਕਰਮ ਹੋ ਗਿਆ, ਔਰ ਜਦੋਂ ਉਹ ਕਰਮ ਹੋ ਗਿਆ ਤੇ ਇਸ ਨੂੰ ਇਹ ਜੂਨ ਜਿਹੜੀ ਹੈ ਸੋਭਾ ਸਿੰਘ ਨੂੰ ਰਿਛ ਦੀ ਭੋਗਣੀ ਪੈ ਗਈ। ਅੱਜ ਇਸ ਦੀ ਜੂਨ ਜਿਹੜੀ ਹੈ ਉਹ ਕੱਟੀ ਗਈ ਹੈ, ਹੁਣ ਇਸ ਦਾ ਕਲਿਆਣ ਹੋ ਗਿਆ ਹੈ, ਔਰ ਇਹ ਰਿਛ ਦਾ ਜਿਹੜਾ ਰੂਪ ਧਾਰਨ ਕੀਤਾ ਹੈ ਇਹ ਉਸ ਦੇ ਕੀਤੇ ਹੋਏ ਕਰਮ ਦਾ ਫਲ ਹੀ ਉਸ ਨੂੰ ਪ੍ਰਾਪਤ ਹੋਇਆ ਹੈ, ਜੋ ਅੱਜ ਜਿਹੜਾ ਹੈ ਉਹ ਕੱਟਿਆ ਗਿਆ ਹੈ। ਸੱਚੇ ਪਾਤਸ਼ਾਹ ਕਿਸ ਤਰ੍ਹਾਂ ਫਿਰ ਥੋੜਾ ਸਾਨੂੰ ਵੀ ਸਮਝਾਓ। ਸੰਗਤਾਂ ਹੋਰ ਵੀ ਹੈਰਾਨ ਹੋ ਗਈਆਂ ਗੱਲ ਸੁਣ ਕੇ, ਸੰਗਤਾਂ ਵੀ ਆਸੇ ਪਾਸੇ ਖੜੀਆਂ।
सच्चे पातशाह ये की गल है भी जे सतगुरां दी कीर्ति है, कहंदा जे सतगुरां दी सेवा करिया ही सच्चे पातशाह जूना लगनी है, तो फिर सतगुरां दी सेवा करन दा की फायदा। नहीं कीर्तिया सतगुरां दी सेवा करन दा फायदा तां है, पर जदों किते सतगुरां दी शरण दे विच ही परमात्मा नूं भुल के असीं अपने मैं दा हंकार दा जो कर्म कर दईए ना, अपने जोर दा अपने धक्के दा मनमत दा कर्म कर दईए, ते उदों वो दोष बन जांदा है और उदों सानूं भोगना पैंदा है। तेरे पिता नूं भी ये भोगना पिया। इसका कारण है कहते सच्चे पातशाह फिर दसो, कहते भी एक कीर्ति सिंह गुरमुख प्यारा कीर्ति सिंह नाम दा रसिया परमात्मा दे चरनां दे विच लीन सुरती वाली आत्मा, और फिर 10 नौहां दी किरत करन वाला एक किसान, वो गुरमुख एक दिन अपने गड्डियां दे उत्ते अपना अन्न लद के बलदां नूं जोड़ के ते गड्डे चलदे होए जद आनंदपुर साहब दे कोल दी टप्पिया, ते उसने सुनिया कि भोग पै चुका है, और उस दे मन दे विच ये आया भी चलो गड्डे चलते रहणगे ते मैं इन्ने भज के गुरु साहब दे चरनां च नाले तां मैं मत्था टेक आवां, नाले मैं प्रशाद लै आवां, गुरु साहब किरपा करनगे। हुण वो जिमीदार सी, किसान सीगा, फसल कढ़ के आया सी, कपड़े उसदे मैले सी, फसल नाल रेते नाल लिबड़े होए सी, उवें जिकरी आके उसने सत्कार नाल अंदर जाके पैर धो के अंदर जाके मत्था टेक दिता गुरु साहब नूं, और गुरु साहब नूं मत्था टेक दिता ना, जदों मत्था टेकिया ते जिथे शोभा सिंह प्रसाद वरता रहा सी उस दे सामने जाके चौकड़ा मार के शोभा सिंह नूं कहण लग्या, गुरमुखो मैनूं प्रसाद दे दिओ, मेरे गड्डे जा रहे हैं, मैनूं काहली है। पर तेरा पिता शोभा सिंह ने उस नूं झिड़क दिता, चल हट परे, कित्थे गंदा मैला मतलब है कपड़े वाला, ते इत्थे आ गया प्रसाद लैण वास्ते, है नहीं प्रसाद, जा भज जा। ਉਹ शोभा सिंह जिथे प्रसाद वरता रहा सी उथों हट के दूजे पासे चला गया। हुण ਉਹ कीर्ति सिंह क्योंकि उसका गड्डा अगे जा रहा सी, उसनूं बड़ी मजबूरी सी कि प्रसाद लैके ते मैं फटाफट गड्डे दे कोल जावां, इस करके ਉਹ जिथे फिर शोभा सिंह प्रसाद वरता रहा सी उत्थे जाके चौकड़ा मार के, गुरमुखो मैनूं प्रसाद दे दिओ, मैनूं काहली है। और शोभा सिंह ने फिर उसनूं फटकार दिता है, किवें रिछ वांगू भटकदा फिरदा है, छलांगा मारदा कदे इधर कदे उधर कदे उधर, जा है नहीं प्रसाद, रिछ वांगू भटकदा फिरदा हैगा, रिछ वांगू उछल कूद करी जाना है नीगा। वो बड़ा शर्मिंदा होया, बड़ा चुप कर गया। फटकार शोभा सिंह दी नूं सुन के वो चुप कर गया, और उसने किते वो किणका वरताउंदियां जिहड़ा थल्ले पुंजे डिग्या होया सी ना, वो किणका चक के अपने मूँह च पाया और वाहिगुरू का नाम लेके, वाहिगुरू सतगुरु किरपा करना, सच्चे पातशाह मेहर करना, और वो चला गया। हुण चला गया ते वो जांदा जांदा जिहड़ा ना प्रसाद लिया ते कहंदा, रिछ वांगू तां तू कुद्दा फिरदा है, गुरु दे दरबार दे विच तू प्रसाद नहीं दिता मैनूं, मैं प्रसाद ही मंगया सी तेरे तो, तू रिछ वांगू टपदा तबूसियां मारदा फिरदा, तू तो रिछ वांगू कुद्दी जाना। वो हथ जोड़ के प्रसाद छक के वापस चला गया, पर उसका कर्म जिहड़ा सी उस समय जिहड़ा है वो शोभा सिंह दे बचन जिहड़े सी उस कीर्ति सिंह दे शोभा सिंह नूं लग गए, और शोभा सिंह दे जीवन दे विच वो कर्म दोष बन गए। हुण की होया, अज गुरु की किरपा हुई है, उस 9वें पातशाह की सेवा का फल होया कि गुरु साहिब ने उस नूं साडे दर्शनां वास्ते लैके आंदा, उस रिछ नूं, वो बहाना सी संगतां ने वो रिछ साडे सामने लै आंदा, और उत्थे उत्थे उस रिछ ने जिहड़ा कि शोभा सिंह का स्वरूप सी, उस रिछ ने जो कीर्ति सिंह ने वचन कीते सी कि तू गुरु दर दे विच नचदा टबूसियां मारदा फिरदा है, वो टबूसियां गुरु दर दे विच उस रिछ ने मारियां, और उस रिछ ने सतगुरां दे अगे ये बेनती भी कीती कि सच्चे पातशाह मैनूं बख्श लो, मेरे तो गलती हो गई, किरपा करो किरपा करो। इस तरह दे नाल
ਉਹ ਰਿਛ ਨੂੰ ਜਦੋਂ ਅਸੀਂ ਗੁਰਪ੍ਰਸਾਦ ਦਿੱਤਾ ਹੈ ਤੇ ਉਹ ਖਾਂਦਿਆਂ ਸਾਰ ਹੀ ਆਪਣੇ ਸਾਹ ਛੱਡ ਕੇ ਉਸ ਦਾ ਕਲਿਆਣ ਹੋ ਗਿਆ, ਔਰ ਉਹ ਪ੍ਰਲੋਕ ਗਮਨ ਕਰਕੇ ਉਸ ਦਾ ਕਲਿਆਣ ਹੋ ਗਿਆ ਸੋਭਾ ਸਿੰਘ ਦਾ। ਇਹ ਭਾਈ ਇਸ ਕਰਕੇ ਤੁਹਾਨੂੰ ਕਹੀ ਜਾਂਦੇ ਆ, ਭਾਈ ਸੋਭਾ ਸਿੰਘ ਇਹ ਤੇਰਾ ਪਿਤਾ ਹੈ, ਕਿਰਤ ਕਰਮ ਦੀ ਵਜ੍ਹਾ ਕਰਕੇ ਅੱਜ ਇਸ ਨੂੰ ਇਹ ਰਿਛ ਦਾ ਰੂਪ ਜਿਹੜਾ ਹੈ ਧਾਰਨ ਕਰਨਾ ਪਿਆ ਹੈ। ਤੋ ਸਾਧ ਸੰਗਤ ਜੀ, ਅਸੀਂ ਵੀ ਇਹੋ ਜਿਹੇ ਕਰਮ ਅਨੇਕਾਂ ਹੀ ਆਪਣੇ ਜੀਵਨ ਦੇ ਵਿੱਚ ਕਰ ਲੈਂਦੇ ਆ। ਗਲਤੀਆਂ ਹੋ ਜਾਂਦੀਆਂ, ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ ਆ ਕੇ ਅਸੀਂ ਇੱਕ ਸਧਾਰਨ ਜਿਹਾ ਕਰਮ ਹੁੰਦਾ ਜਦੋਂ ਕਿ ਅਸੀਂ ਮੈਂ ਦੇ ਵਿੱਚ ਆ ਜਾਂਦੇ ਹਾਂ, ਪਰਮਾਤਮਾ ਸਾਡੇ ਚੋਂ ਨਿਕਲ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਪਰਮੇਸ਼ਰ ਤੇ ਭੁੱਲਿਆ। ਜਦੋਂ ਪਰਮੇਸ਼ਰ ਸਾਡੇ ਚੋਂ ਨਿਕਲ ਗਿਆ ਤੇ ਉਦੋਂ ਉਹ ਕੋਈ ਵੀ ਜਿਹੜਾ ਅਸੀਂ ਕਰਮ ਕਰੀ ਜਾਂਦੇ ਆ ਨਾ, ਜਿਹੜਾ ਸੱਚ ਦਾ ਕਰਮ ਆ, ਉਹ ਵੀ ਜਿਹੜਾ ਹੈ ਦੋਸ਼ ਬਣ ਜਾਏ। ਤੋ ਇਸ ਕਰਕੇ ਭਾਈ ਗੁਰੂ ਸਾਹਿਬ ਕਹਿੰਦੇ ਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਗੁਰਮੁਖ ਪਿਆਰਿਓ, ਸਾਧ ਸੰਗਤ ਜੀ, ਤੁਸੀਂ ਵੀ ਸਾਰੇ ਜਿਹੜੇ ਆ ਨਾ, ਪਤਾ ਨਹੀਂ ਸਾਡੇ ਤੋਂ ਕਿਹੜੇ ਕਿਹੜੇ ਕਰਮ ਜਿਹੜੇ ਹੈ ਇਸ ਤਰ੍ਹਾਂ ਦੇ ਹੋ ਜਾਂਦੇ ਆ, ਔਰ ਤੁਸੀਂ ਸਾਰੇ ਸਾਨੂੰ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ। ਭਾਈ ਇਹ ਬੇਨਤੀ ਲਾਇਆ ਕਰੋ, ਕਿਰਤ ਕਰਮ ਕੇ ਵਿਛੜੇ। ਪਤਾ ਨਹੀਂ ਸੱਚੇ ਪਾਤਸ਼ਾਹ ਅਸੀਂ ਕਿਰਤ ਕਰਮ ਦੇ ਤੇਰੇ ਤੋਂ ਕਿਵੇਂ ਵਿਛੜੇ ਹੋਏ ਆ, ਕਿਰਪਾ ਕਰਕੇ ਮੇਲ ਦਿਓ। ਤੇ ਜਿਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਰਿਛ ਦਾ ਕਲਿਆਣ ਕਰ ਦਿੱਤਾ, ਇਵੇਂ ਜ਼ਿਕਰ ਸਾਡਾ ਵੀ ਕਲਿਆਣ ਹੋ ਜਾਏਗਾ, ਸਾਡਾ ਕਸ਼ਟ ਕੱਟਿਆ ਜਾਏਗਾ, ਸਾਡਾ ਕਰਮ ਕੱਟਿਆ ਜਾਏਗਾ। ਸਾਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਪ੍ਰਮਾਤਮਾ ਦਾ ਆਸਨ ਮਿਲ ਜਾਏਗਾ, ਚਰਨਾਂ ਦੇ ਵਿੱਚ ਅਸਥਾਨ ਮਿਲ ਜਾਏਗਾ। ਉਹ ਸਾਧ ਸੰਗਤ ਜੀ, ਗੁਰੂ ਸਾਹਿਬ ਪੰਚਮ ਪਾਤਸ਼ਾਹ ਜੀ ਨੇ ਵੀ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਅਸੀਂ ਜੇ ਜ਼ਿੰਦਗੀ ਦੇ ਵਿੱਚ ਇਸ ਅਰਦਾਸ ਨੂੰ ਵੀ ਲਾਉਂਦੇ ਰਹੀਏ ਤੇ ਸਾਡੇ ਹਮੇਸ਼ਾ ਗਲਤੀਆਂ, ਭੁੱਲਾਂ, ਚੁੱਕਾਂ ਜਿਹੜੀਆਂ ਉਹ ਪਰਮਪਿਤਾ ਪਰਮਾਤਮਾ ਮਾਫ ਕਰ ਦਿੰਦਾ ਹੈ। ਔਰ ਇਸ ਤਰ੍ਹਾਂ ਦੇ ਨਾਲ ਇਹ ਅਰਦਾਸ ਤੁਸੀਂ ਹਮੇਸ਼ਾ ਹੀ ਰੋਜ਼ ਹੀ ਲਾਇਆ ਕਰੋ। ਅਸੀਂ ਰੋਜ਼ ਹੀ ਲਾਉਣੇ ਆ ਜਦੋਂ ਅਸੀਂ ਅਰਦਾਸ ਕਰਦੇ ਆ। ਤੂੰ ਠਾਕਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਨੇਰੇ। कोई न जाने तुमरा अंत, ऊंचे ते ऊंचा भगवंत। सगल समगरी तुमरे सूत्र धारी, तुम ते होए स्वाग्याकारी। तुमरी गत में तुम ही जानी, नानक दास सदा कुर्बानी। साध संगत जी, इस तरह की जो असी अरदास लावांगे ना, साडे जीवन दे विच सानू गुरु साहब ने बथेरियां अरदासां बख्शिश कीतियां। एक पंचम पातशाह जी ने भी सानू धनासरी राग दे विच एक बख्शिश कीती हुई है। गुरु साहब कहंदे आ, भाई गुरमुख प्यारिओ, अरदास हमेशा ही लाया करो। कोई भी शब्द है जिहड़ा वो तुहाडा कल्याण कर देगा। तुम दाते ठाकुर प्रतिपालक, नायक खसम हमारे। निमख निमख तुम ही प्रतिपालो, हम बारिक तुमरे तारे। जीवा एक कवण गुण कईए, बेशुमार बेअंत स्वामी। तेरो अंत न किन ही लईए, तेरो अंत न किन ही लईए। कोट पराध हमारे खंडो, अनक विधि समझावो। हम अज्ञान अल्प मत थोरी, तुम अपना बिरद रखावो। तुम अपना बिरद रखावो। तुमरी शरण तुम्हारी आशा, तुम ही सजन सुहेले। राखो राखण हार दयाला, नानक करके गोले। राखो राखण हार दयाला, नानक करके गोले। तो साध संगत जी, इस तरह ਦੀਆਂ ਅਰਦਾਸਾਂ ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਅਸੀਂ ਹਰ ਰੋਜ਼ ਲਾਈ ਰੱਖੀਏ। ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਲਾਈ ਰੱਖੀਏ। ਸ਼ੁਕਰ ਕਰੀਏ ਪਰਮਪਿਤਾ ਪਰਮਾਤਮਾ ਦਾ, ਸਦਾ ਹੀ ਸ਼ੁਕਰ ਕਰਦੇ ਰਹੀਏ।
ਸਦਾ ਹੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੀਨ ਰਹੀਏ। ਹਉਮੈ ਹੰਕਾਰ ਨੂੰ ਛੱਡ ਕੇ, ਮੈਂ ਮੇਰੇ ਨੂੰ ਛੱਡ ਕੇ, ਆਪਣੇ ਜ਼ੋਰ ਨੂੰ ਛੱਡ ਕੇ, ਆਪਣੇ ਧੱਕੇ ਨੂੰ ਛੱਡ ਕੇ, ਆਪਣੇ ਬਲ ਨੂੰ ਛੱਡ ਕੇ, ਆਪਣੀ ਸੁੰਦਰਤਾ ਨੂੰ ਛੱਡ ਕੇ ਸਿਰਫ ਤੇ ਸਿਰਫ ਇੱਕ ਪਰਮਪਿਤਾ ਪਰਮਾਤਮਾ ਦਾ ਨਾਮ ਲੈ ਕੇ ਪਰਮਾਤਮਾ ਦੀ ਚਰਨਾਂ ਦੀ ਟੇਕ ਧਰ ਲਓ। ਆਪਣੇ ਨਾਮ ਨੂੰ ਆਧਾਰ ਬਣਾ ਕੇ ਹਿਰਦੇ ਦੇ ਵਿੱਚ ਇਸ ਨਾਮ ਦਾ ਸਿਮਰਨ ਕਰਿਆ ਕਰੋ। ਵਾਹਿਗੁਰੂ ਕਿਰਪਾ ਕਰੇਗਾ। ਬੇਨਤੀਆਂ ਲਾਈ ਰੱਖਿਆ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰੋ, ਹਮ ਔਗਣ ਹਾਰੇ ਹਾਂ ਭੁੱਲਣ ਹਾਰੇ ਹਾਂ। ਕਿਰਪਾ ਕਰੋ दीन के दाते, मेरा गुण अवगुण ना विचारो, कोई माटी का क्या तुप्पे स्वामी, मानस की गत ਇਹੀ। ਵਾਹਿਗੁਰੂ ਵਾਹਿਗੁਰੂ। ਇੰਨੀਆਂ ਵਿਚਾਰਾਂ ਕਰਦੇ ਹੋਏ ਸਾਧ ਸੰਗਤ ਜੀ, ਅੱਜ ਦੀ 64ਵੀਂ ਪੂਰਨਮਾਸ਼ੀ ਜੋ ਹੈ ਅਸੀਂ ਇਸ YouTube ਦੇ ਉੱਤੇ ਹੀ ਸਮਝ ਲਓ ਕਿ ਅਸੀਂ ਮਨਾਈ ਜਾ ਰਹੀ ਹੈ। ਜਦੋਂ ਅਸੀਂ YouTube ਦੇ ਉੱਤੇ ਇਹ ਵਿਚਾਰ ਤੁਸੀਂ ਸਰਵਣ ਕਰੋਗੇ, ਤੁਹਾਨੂੰ ਇਹ ਆਨੰਦ ਆਏਗਾ ਕਿ ਅਸੀਂ ਨਾਨਕਸਰ ਠਾਠ 25 ਜੀਵੀ ਵਿਖੇ ਹੀ ਇਹ ਬੈਠ ਕੇ ਸਰਵਣ ਕਰ ਰਹੇ ਹਾਂ। ਔਰ ਇਹ ਸਮਝੋ ਕਿ ਅੱਜ ਦਾ ਇਹ ਸਥਾਨ ਜਿਹੜਾ ਹੈ ਵਿਚਾਰ ਅਸੀਂ ਉਸ ਸਥਾਨ ਦੇ ਉੱਤੇ ਬੈਠ ਕੇ ਹੀ ਸੁਣ ਰਹੇ ਹਾਂ। ਤਾਂ ਇੰਨੀਆਂ ਵਿਚਾਰਾਂ ਕਰਦੇ ਹੋਏ ਸ਼ਾਮਾਂ ਦੇ ਜਾਚਕਾਂ ਵਿਚਾਰ ਦੇ ਵਿੱਚ ਕੋਈ ਤਰੁੱਟੀ ਰਹਿ ਜਾਂਦੀ ਹੈ, ਅਸੀਂ ਬੇਨਤੀ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸੱਚੇ ਪਾਤਸ਼ਾਹ ਕਿਰਪਾ ਕਰੋ, ਸੇਵਕਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਪਰਮਹੰਸ ਵਿਵੇਕ ਬੁੱਧ ਬਖਸ਼ ਕੇ ਸੇਵਕ ਨੂੰ ਨਿਹਾਲ ਕਰ ਦਿਓ। ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।